ਤੇ ਫਿਰ ਇਸ ਤਰ੍ਹਾਂ ਮਰਦ ਨੂੰ ਕੰਮ ਇਸ ਤਰ੍ਹਾਂ ਮੰਗਣਾ ਜਿਹੜਾ ਇਹ ਇੱਕ ਲਾਹਨਤ ਹੈ। ਨੂੰਹਾਂ ਤੁਹਾਨੂੰ ਪਤਾ ਹੀ ਅੱਜ ਕੱਲ ਦੀਆਂ ਦਾ ਹਿਸਾਬ ਕਿਤਾਬ ਸਾਰਾ ਪਤਾ ਹੈ। ਸਹੀ ਤੇ ਮੈਂ ਉਹਨਾਂ ਦੇ ਨਾਲ ਸਾਂ, ਉਹ ਇੱਜ਼ਤ ਵੀ ਕਰਦੀਆਂ ਹਨ। ਰੋਜ਼ ਕੱਪੜੇ ਧੋਤੇ ਨਾ ਧੋਤੇ ਤੇ ਨਾ ਸਹੀ। ਰਹਿਮਾਨ ਰਹੀਮ ਅੱਲਾਹੁਮਾ ਸੱਲੀ ਅਲਾ ਮੁਹੰਮਦ व अला आलि मुहम्मद। ਅਸੀਂ ਜਿਸ ਸਫ਼ਰ ਤੇ ਨਿਕਲਦੇ ਆ, ਸਾਨੂੰ ਸਫ਼ਰ ਦੇ ਵਿੱਚ ਕੋਈ ਨਾ ਕੋਈ ਐਸਾ ਬੰਦਾ ਨਜ਼ਰ ਆ ਜਾਂਦਾ ਹੈ ਅੱਲਾ ਦਾ, ਕਿ ਜਿਸ ਨੂੰ ਅਸੀਂ ਖੜਾ ਕਰਕੇ ਗੱਲਬਾਤ ਕਰਦੇ ਆ। ਤੇ ਹੁਣ ਵੀ ਇੱਕ ਬੰਦਾ ਨਜ਼ਰ ਆ ਰਿਹਾ, ਇਸ ਤਰ੍ਹਾਂ ਗੱਲਬਾਤ ਕਰਨੇ ਆ ਕਿ ਕੀ ਕਰਦਾ ਵੇ, ਕੋਈ ਮਜ਼ਦੂਰ ਹੀ ਲੱਗ ਰਿਹਾ ਸਾਨੂੰ, ਤੇ ਗੱਲਬਾਤ ਕਰਨੇ ਆ ਤੇ ਦੇਖਨੇ ਇਹਨਾਂ ਨਾਲ। ਹਾਂਜੀ, ਕੀ ਹਾਲ ਹੈ ਜਨਾਬ? ਨਾ ਯਾਰ ਸਰ ਜੀ ਯੂਸਫ ਹੈ। ਅੱਛਾ ਤੇ ਗੱਤੇ ਦਾ ਮੈਂ ਕੰਮ ਕਰਨਾ ਸਰ। ਠੀਕ ਹੈ। ਤੇ ਅੱਜ ਬਾਰਿਸ਼ ਬੂਰਿਸ਼ ਦੇ ਸਰ ਤੇ ਇਹ ਮੇਰੇ ਪਿੱਛੇ ਸਾਈਕਲ ਤੇ ਵੇਖਿਆ। ਅੱਛਾ, ਗੱਤੇ ਇਕੱਠੇ ਕੀਤੇ ਜੀ? ਇਹ ਤਾਂ ਬਿਲਕੁਲ ਥੋੜੇ ਜਿਹੇ ਨੇ ਸਰ ਜੀ। ਬਸ ਬਾਰਿਸ਼ ਹੋਵੇ ਤੇ ਸਰ ਜੀ ਗਿੱਲਾ ਹੋ ਜਾਂਦਾ, ਨਹੀਂ ਇਕੱਠਾ ਹੁੰਦਾ। ਖੁਸ਼ਕ ਮੌਸਮ ਹੋਵੇ ਤੇ ਚਲੋ 700 ਵੀ 800 ਵੀ ਇੰਨੀ ਦਿਹਾੜੀ ਬਣ ਜਾਂਦੀ ਸਰ ਜੀ। ਅੱਛਾ। ਤੇ ਉਹਦੇ 'ਚ ਵੀ ਇੱਕ ਸਾਈਕਲ ਵੀ ਕਮ ਸੇ ਕਮ 25-30 ਕਿਲੋਮੀਟਰ ਚਲਾਉਣਾ ਪੈਂਦਾ ਤੇ ਫਿਰ ਜਾ ਕੇ ਇਹਨਾਂ ਮਾਲਕ ਬਣਦਾ ਹੈ। ਸਹੀ। ਹਾਂਜੀ, ਸਾਈਕਲ ਤੇ ਸਾਰਾ ਜਾਂਦੇ ਹੋ ਅੱਗੇ ਪਿੱਛੇ, ਜਿਹੜਾ ਇਕੱਠਾ ਕਰਦੇ ਹੋ? ਸਾਰੀ ਗਰੀਬ ਆਦਮੀ ਪੇਟ ਲੱਗਾ ਤੇ ਫਿਰ ਇਸ ਤਰ੍ਹਾਂ ਮਰਦ ਨੂੰ ਕੰਮ ਇਸ ਤਰ੍ਹਾਂ ਮੰਗਣਾ ਜਿਹੜਾ ਇਹ ਇੱਕ ਲਾਹਨਤ ਹੈ। ਬਿਲਕੁਲ। ਤੇ ਉਹਦੇ ਨਾਲ ਇੱਕ ਭੁੱਖ ਹੋਵੇ, ਨੰਗ ਹੋਵੇ, ਕਮਾਈ ਕਰਕੇ ਖਾਣਾ ਚਾਹੀਦਾ। ਕਿਸੇ ਦੇ ਹੱਕ ਤੇ ਨਜ਼ਰ ਨਹੀਂ ਹੋਣੀ ਚਾਹੀਦੀ, ਕਿਸੇ ਤੇ ਚੋਰੀ ਨਹੀਂ ਕਰਨੀ ਚਾਹੀਦੀ। ਤੇ ਅੱਲਾ ਦੀ ਜ਼ਾਤ ਉੱਤੇ ਬੈਠੀ ਉਹ ਦੇਣ ਵਾਲੀ। ਤੂੰ ਆਪਣੇ ਬਰਕਤ ਵੀ ਦੇ ਵਿੱਚ ਹੀ, ਜਿਹੜਾ ਹੱਕ ਹਲਾਲ ਦੀ ਬੰਦਾ ਕਮਾਈ ਕਰੇ, ਉਹ ਖਾਵੇ ਥੋੜੀ, ਉਹਦੇ ਚ ਵੀ ਅੱਲਾਹ ਤਾਲਾ ਬਰਕਤ ਪਾ ਦਿੰਦਾ। ਤੇ ਅੱਲਾਹ ਪਾਕ ਦੀ ਬਹੁਤ ਰਹਿਮਤ ਹੈ। ਅੱਲਾਹ ਪਾਕ ਨੇ ਮੈਨੂੰ ਇਹ ਦੱਸਿਆ ਕਿ ਜੰਗਲ ਦਾ ਸ਼ੇਰ ਭੁੱਖਾ ਰਹਿ ਸਕਦਾ, ਮੇਰਾ ਬੰਦਾ ਭੁੱਖਾ ਨਹੀਂ ਰਹਿ ਸਕਦਾ। ਤੇ ਤੂੰ ਹੀਲਾ ਕਰ ਤਾਂ ਵਸੀਲਾ ਮੈਂ ਬਣਾਵਾਂਗਾ। ਹਾਂਜੀ, ਤੇ ਮੇਰਾ ਇਹ ਮਾਨ ਹੈ ਤੇ ਮੈਂ ਇਸ ਇਮਾਨ ਦੇ ਨਾਲ ਚੱਲਿਆ ਸਰ। ਇਹ ਇਕੱਠਾ ਕਰਦੇ ਹੋ? ਸਵੇਰ ਕਿੰਨੇ ਵਜੇ ਨਿਕਲਦੇ ਹੋ? ਸਰ ਸੁਬਹ 5 ਸਵਾ 5 ਇਸ ਵਕਤ ਨਿਕਲਣਾ। ਉਹ ਸਵੇਰ ਨਿਕਲਦੇ ਹੋ? ਜੀ ਸਰ। ਤੇ ਸ਼ਾਮ ਨੂੰ ਫਿਰ? ਸ਼ਾਮ ਨੂੰ 5 5:30 ਵਜੇ ਘਰ ਆਉਣਾ ਸਰ। ਅੱਛਾ। ਇਹ ਗੱਤਾ ਕਿੰਨਾ ਇਕੱਠਾ ਹੋ ਜਾਂਦਾ ਹੈ ਪੂਰੀ ਦਿਹਾੜ ਦੇ ਵਿੱਚ? ਸਰ ਜੀ ਇਹ ਹਵਾਈ ਰੋਜ਼ੀ ਹੈ, ਇਹਦੇ ਨਾਲ ਮੈਂ ਕੋਈ ਪੱਕੀ ਗੱਲ ਨਹੀਂ ਕਰ ਸਕਦਾ। ਅੱਛਾ। ਇਹ ਵੇ ਕਿ ਬਾਜ਼ ਕਾਤ ਤੇ ਇਸ ਤਰ੍ਹਾਂ ਸਿਸਟਮ ਹੁੰਦਾ ਕਿ ਅੱਲਾ ਚੰਗੀ ਦਿਹਾੜੀ ਲਾ ਛੱਡਦਾ। ਬਾਅਦ ਵਿੱਚ ਕੋਈ ਐਸਾ ਵਕਤ ਵੀ ਹੁੰਦਾ, ਕੋਈ ਅੱਲਾ ਦਾ ਪਿਆਰੇ ਵੀ ਲੋਕ ਹੈ ਨੇ। ਜੀ। ਵੇਖਿਆ ਚਾਚਾ ਜੀ ਠਹਿਰੇ ਹੋ? ਮੈਂ ਜੀ ਸਰ ਜੀ ਹੁਕਮ ਕਰੋ। ਉਹਨੇ ਕਿ ਚਾਚਾ ਜੀ ਤੁਹਾਨੂੰ ਕੁਝ ਨਹੀਂ ਕਹਿਣਾ, ਸਿਰਫ ਗੱਲ ਸੁਣੋ। ਮੈਂ ਸਰ ਹੁਕਮ ਜੀ। ਤੇ ਉਹ 500 1000 ਵੀ ਬਾਦਲ ਦੇ ਛੱਡਦੇ ਨੇ, 200 ਵੀ ਦੇ ਛੱਡਦੇ ਨੇ, 100 ਵੀ। ਕੋਈ ਕਰਜ਼ਾ ਤੇ ਨਹੀਂ ਲੈਣਾ ਹੁੰਦਾ। ਬਿਲਕੁਲ। ਮੈਂ ਉਹਨਾਂ ਨੂੰ ਅੱਗੋਂ ਅੱਲਾਹ ਦੇ ਬੰਦੇ ਐਸੇ ਹੈ ਨੇ ਜਿਹੜੇ ਦਰਦ ਰੱਖਦੇ ਨੇ, ਦੇਖਦੇ ਨੇ ਕਿ ਬਜ਼ੁਰਗ ਆ ਰਹੇ ਆ, ਉਹਦੀ ਮਦਦ ਕਰਦੇ ਹੋ। ਸਰ ਜੀ ਮੇਰਾ ਅੱਗੋਂ ਇਹ ਸਵਾਲ ਹੁੰਦਾ, ਸਰ ਜੀ ਮੈਂ ਮੰਗਣ ਵਾਲਾ ਨਹੀਂ, ਮੈਂ ਤੁਹਾਡੇ ਸਾਹਮਣੇ ਮਜ਼ਦੂਰੀ ਕਰ ਰਿਹਾ। ਉਹ ਆਖਦੇ ਨੇ ਜੀ ਅਸੀਂ ਦੇਖ ਰਹੇ ਹਾਂ ਤੁਸੀਂ ਮੰਗਣ ਵਾਲੇ ਨਹੀਂ। ਮਤਲਬ ਇਹ ਵੀ ਕਿ ਜਿਹੜਾ ਬੰਦਾ ਹੱਕ ਸੱਚ ਦੀ ਰੋਟੀ ਖਾਂਦਾ ਮਾੜਾ, ਉਹਦੀ ਮਦਦ ਕਰਨੀ ਵੀ ਅੱਲਾਹ ਪਾਕ ਨੇ ਆਖਿਆ ਕਿ ਮਾੜੇ ਤੇਰੇ ਗੁਆਂਢੀ ਕੋ ਰੋਟੀ ਨਹੀਂ ਤੈਨੂੰ ਰੋਟੀ ਦੇ। ਬਿਲਕੁਲ ਸਹੀ ਸਰ ਜੀ ਮੈਂ ਇਸ ਅਕੀਦੇ ਨੂੰ ਤੇ ਇਸ ਗੱਲ ਨੂੰ ਲੈ ਕੇ ਟੁਰਿਆ। ਬਹੁਤ ਅੱਛਾ, ਬਹੁਤ ਅੱਛੀ ਸੋਚ ਹੈ ਤੁਹਾਡੀ, ਬਹੁਤ ਅੱਛਾ ਵੇ। ਤੇ ਇਹ ਪੂਰੀ ਦਿਹਾੜੀ ਕਿੰਨੀ ਲੱਗ ਜਾਂਦੀ ਤੁਹਾਡੀ ਇਸ ਗੱਤੇ ਦੇ? ਮੈਂ ਤੁਹਾਨੂੰ ਦੱਸਿਆ ਕਿ 600 700 800 ਬਸ ਇੱਥੋਂ ਤੱਕ। 6 700 800 ਕਮਾ ਲੈਂਦੇ। ਹਾਂਜੀ। ਤੇ ਬੱਚੇ ਮਾਸ਼ਾਅੱਲਾ ਕਿੰਨੇ ਨੇ ਤੁਹਾਡੇ? ਬੱਚੇ ਸਾਡੇ 3 ਨੇ। ਅੱਛਾ। ਬੱਚੇ 3 ਨੇ ਪੁੱਤਰ। ਅੱਛਾ। ਉਹ ਸ਼ਾਦੀशुदा ਨੇ, ਆਪਣੇ ਆਪਣੇ ਘਰਾਂ ਵਾਲੇ ਨੇ ਸਰ। ਅੱਛਾ। ਤੁਸੀਂ ਵੇਖ ਸਕਦੇ ਹੋ ਬੇਸ਼ੱਕ ਜਾ ਕੇ ਵੀ। ਠੀਕ ਹੈ। ਇੱਕ ਦੇ ਵੱਡੇ ਦੇ ਬੱਚੇ 6 ਨੇ ਤੇ ਛੋਟੇ ਦੇ ਫਿਰ 2 ਨੇ ਤੇ ਫਿਰ ਇੱਕ ਦੇ 4 ਨੇ। ਅੱਛਾ। ਤੇ ਉਹ ਇਹ ਗੱਲ ਕਿ ਮੈਂ ਨੂੰਹਾਂ ਤੁਹਾਨੂੰ ਪਤਾ ਹੀ ਅੱਜ ਕੱਲ ਦੀਆਂ ਦਾ ਹਿਸਾਬ ਕਿਤਾਬ ਸਾਰਾ ਪਤਾ ਹੈ। ਸਹੀ। ਤੇ ਮੈਂ ਉਹਨਾਂ ਦੇ ਨਾਲ ਸਾਂ, ਉਹ ਇੱਜ਼ਤ ਵੀ ਕਰਦੀਆਂ ਹਨ। ਤੇ ਰੋਜ਼ ਕੱਪੜੇ ਧੋਤੇ ਨਾ ਧੋਤੇ ਤੇ ਨਾ ਸਹੀ। ਤੇ ਤੁਹਾਡੀ ਘਰ ਵਾਲੀ ਤੁਹਾਨੂੰ ਦੱਸਣਾ ਨਾ, ਉਹਨੇ ਫਿਰ ਇਹ ਕੰਮ ਕੀਤਾ ਕਿ ਬੀਬੀ ਜਿਹੜੀ ਇਹ ਵੇਖੀ ਤੇ ਮੇਰੀ ਬੱਚੀ ਮੇਰੇ ਕੋਲ ਆਈ ਵੱਡੀ, ਰੋ ਪਈ ਮੇਰੇ ਅੱਗੇ, ਮੈਨੂੰ ਆਂਦੀ ਅੱਬੂ ਮੈਂ ਤਾਂ ਕਹਿੰਦੀ ਤੂੰ ਨਿਕਾਹ ਕਰ ਦਿਆਂ ਤੇਰਾ ਕਿਤੇ। ਅੱਛਾ। ਮੈਂ ਪੁੱਤਰ ਮੈਂ ਇੰਨਾ ਚਿਰ 2013 ਚ ਮੇਰੀ ਬੀਬੀ ਫੌਤ ਹੋਈ, ਚੌਥੇ ਮਹੀਨੇ ਦੀ 21 ਤਰੀਕ ਤੇ। ਅੱਛਾ। ਤੇ ਮੈਂ ਮਜ਼ਦੂਰੀ ਕਰਦਾ ਰਿਹਾ ਡਟ ਕੇ। ਤੇ ਮੈਂ ਆਖਿਆ ਮੈਂ ਸ਼ਾਦੀ ਨਹੀਂ ਕਰਨੀ ਪੁੱਤਰ, ਮੈਂ ਹੁਣ ਨਹੀਂ ਇਸ ਗੱਲ ਦੇ ਕਾਬਲ ਨਹੀਂ, ਮੈਂ ਸ਼ਾਦੀ ਨਹੀਂ ਕਰਨੀ। ਠੀਕ। ਉਹਨੇ ਆਖਿਆ ਅੱਬੂ ਮੈਂ ਨਾਰਾਜ਼ ਹਾਂ ਤੇਰੇ ਨਾਲ, ਮੈਂ ਕਦੀ ਜ਼ਿੰਦਗੀ ਭਰ ਤੇਰੇ ਨਾਲ ਗੱਲ ਨਹੀਂ ਕਰਨੀ। ਮੈਂ ਆਖਿਆ ਪੁੱਤਰ ਤੂੰ ਨਾਰਾਜ਼ ਹੋ ਜਾਂ ਰਾਜ਼ੀ ਹੋ, ਮੈਂ ਸ਼ਾਦੀ ਨਹੀਂ ਕਰਨੀ। ਉਹਨੇ ਆਖਿਆ ਕਿਉਂ? ਤੈਨੂੰ ਕਿਸੇ ਦਾ ਛੜਿਆ ਗੁੰਗੀ ਇਹ ਬੋਲ ਨਹੀਂ ਸਕਦੀ, ਮਜ਼ਦੂਰ ਹੈ। ਅੱਛਾ। ਮੈਂ ਕਿਹਾ ਪੁੱਤਰ ਜੇ ਇਹ ਗੱਲ ਹੈ ਤੇ ਮੈਂ ਕਰਾਂਗਾ ਸ਼ਾਦੀ, ਮੈਂ ਨਹੀਂ ਸਮਝਾਂਗਾ ਮੈਂ ਇਬਾਦਤ ਕਰ ਰਿਹਾ। ਠੀਕ। ਮੈਨੂੰ 3 ਸਾਲ ਹੋ ਗਏ ਜਾ ਕੇ, ਕੋਈ ਬੰਦਾ ਵੀ ਵੇਖ ਸਕਦਾ, ਚੈੱਕ ਕਰ ਸਕਦਾ। ਜੇ ਮੈਂ ਗੱਲ ਗਲਤ ਕਰਦਾ, ਮੈਂ ਝੂਠ ਮਾਰਦਾ, ਮੈਂ ਮੈਨੂੰ ਚੋਰ ਦੀ ਸਜ਼ਾ ਦੇਣ। ਨਹੀਂ ਠੀਕ ਕਹਿ ਰਹੇ ਹੋ ਤੁਸੀਂ। ਤੇ ਉਹਦੀ ਮੈਂ ਖਿਦਮਤ ਕਰ ਰਿਹਾ। ਤੁਸੀਂ ਇਹ ਸਟੋਰ ਹੈ ਸਾਡੇ H9 ਚ, ਉਹ ਚ ਜਾ ਕੇ ਚੈੱਕ ਕਰ ਸਕਦੇ। 10,000 ਰੁਪਏ ਦੀ ਦਵਾਈ ਹਰ ਮਹੀਨੇ ਮੈਂ ਉਹਦੀ ਦਵਾਈ ਕਰਨਾ, ਮੇਰੇ ਘਰ ਖਾਣ ਨੂੰ ਹੋਵੇ ਜਾਂ ਨਾ ਹੋਵੇ, ਉਹਦੀ ਦਵਾਈ ਤੋਂ ਜਾ ਕੇ ਮੇਰਾ ਡੱਬਾ ਰੱਖਿਆ, ਡੱਬੇ ਦੇ ਵਿੱਚ ਦਵਾਈ ਹੈ। ਦਵਾਈ ਉਹਦੀ ਮੈਂ ਖਤਮ ਨਹੀਂ ਹੋ ਜਾਂਦਾ। ਉਹ ਨਹੀਂ, ਅਸੀਂ ਤੁਹਾਡੇ ਨਾਲ ਰਾਬਤਾ ਰੱਖਾਂਗੇ, ਤੁਸੀਂ ਸਾਨੂੰ ਆਪਣਾ ਦੱਸ ਦੇਣਾ।
ਟਿਕਾਣਾ ਤੁਹਾਡਾ ਕਿੱਥੇ ਵੇ, ਅਸੀਂ ਤੁਹਾਨੂੰ ਦਵਾਈਆਂ ਜਾਂ ਇਹੋ ਜਿਹੀ ਕੋਈ ਵੀ ਚੀਜ਼ ਜਿਹੜੀ ਜ਼ਰੂਰਤ ਹੋਵੇ ਨਾ ਸਾਡਾ ਰਾਬਤਾ ਕਰਨਾ ਤੁਸੀਂ। ਤੇ ਅੱਜ ਤੇ ਬੱਦਲ ਹੈ ਤੇ ਤੁਹਾਨੂੰ ਗੱਤਾ ਵੀ ਥੋੜਾ ਜਿਹਾ ਹੋਇਆ ਵੇ ਤੇ ਸਰ ਜੀ ਅੱਲਾਹ ਪਾਕ ਤੇ ਹੈ ਨਾ ਸਰ ਜੀ, ਤੁਹਾਡੇ ਅੱਗੇ ਮਰਜ਼ੀ ਕੀਤੀ ਕਿ ਅੱਲਾਹ ਪਾਕ ਹੈ। ਉਹ ਅੱਜ ਕੋਈ ਦਿਹਾੜ ਨਹੀਂ- ਬਿਲਕੁਲ ਨਹੀਂ ਲੱਗੀ। ਸਰ ਜੀ ਆ ਤੁਹਾਡੇ ਪਿੱਛੇ ਵੀ ਸਭ ਕੁਝ ਤੁਸੀਂ ਵੇਖਦੇ ਹੋ ਆਪਣੀਆਂ ਅੱਖਾਂ ਨਾਲ ਪਏ। ਅੱਛਾ ਅੱਛਾ ਤੇ ਬਸ ਹੁਣ ਵੇਖਿਆ ਹੀ ਨਹੀਂ, ਹਿਸਾਬ ਕਿਤਾਬ ਲੱਗਾ ਕੋਈ, ਤੇ ਬਸ ਹੁਣ ਜਾ ਰਿਹਾ ਸਰਕਾਰ ਚਲੋ ਵੱਲ। ਕੋਈ ਨਹੀਂ, ਅੱਲਾਹ ਤਾਲਾ ਨੂੰ ਪਤਾ ਸੀ ਨਾ ਕਿ ਇੱਕ ਬੰਦਾ ਬਗੈਰ ਮਜ਼ਦੂਰੀ ਤੋਂ ਜਾ ਰਿਹਾ, ਸਰ ਜੀ ਮੈਂ ਸਾਡੇ ਨਾਲ ਮੁਲਾਕਾਤ ਹੋ ਗਈ ਹੈ, ਥੋੜੀ ਜਿਹੀ ਮਦਦ ਅਸੀਂ ਦੇ ਰਹੇ ਹਾਂ ਤੁਹਾਨੂੰ, ਕਬੂਲ ਕਰੋ। ਅੱਲਾਹ ਪਾਕ ਅੱਲਾਹ ਤੁਹਾਨੂੰ ਤਾਲਾ ਖੁਸ਼ ਕਬੂਲ ਰੱਖੇ, ਕਰੇ। ਤੁਹਾਡੇ ਤੇ ਬੱਚੇ ਜਿਉਂਦੇ ਰਹਿਣ। ਦੁਆ ਕਰ ਛੜੋ ਜਿਨ੍ਹਾਂ ਨੇ ਭੇਜੀ ਉਹਨਾਂ ਵਾਸਤੇ ਕਿ ਅੱਲਾਹ ਤਾਲਾ ਉਹਨਾਂ ਵਾਸਤੇ ਆਸਾਨੀਆਂ ਪੈਦਾ ਕਰੇ, ਸਾਈਕਲ ਅੱਲਾਹ ਖੜੀ ਪਾਕ ਕਰ ਲਓ। ਤੁਹਾਨੂੰ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਤੁਸੀਂ ਖੁਸ਼ਬਾਸ਼ ਰਹੋ ਤੇ ਅੱਲਾਹ ਤੁਹਾਡਾ ਮੁਸ਼ਕਲਾਂ ਆਸਾਨ ਕਰੇ। ਹਾਂਜੀ। ਅੱਜ ਅੱਲਾਹ ਨੇ ਦਿਹਾੜ ਤੁਹਾਡੇ ਤੇ ਭੇਜੀ ਹੈ, ਇਹ ਕਬੂਲ ਕਰੋ ਅੱਲਾਹ ਦੇ ਵਾਲੇ। ਅੱਲਾਹ ਪਾਕ ਤੁਹਾਨੂੰ ਅੱਲਾਹ ਖੁਸ਼ ਦੇ ਰੱਖੇ, ਆਮੀਨ। ਤੁਹਾਡੇ ਬੱਚੇ ਜਿਉਂਦੇ ਰਹਿਣ। ਆਮੀਨ। ਪਾਕਿਸਤਾਨ ਜ਼ਿੰਦਾਬਾਦ।